ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਇਸ ਸ਼ਾਮ ਦੀ ਗੁਰਮਤਿ ਕਲਾਸ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਹਰ ਰੋਜ਼ ਗੁਰਬਾਣੀ ਦੀ ਸੰਥਿਆ ਕਰਦੇ ਹਾਂ। ਸਤਿਗੁਰਾਂ ਦੀ ਮਿਹਰਮਤ ਸਦਕਾ ਆਪਾਂ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਹਨ, ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ, ਤੇ ਸ਼ਾਮ ਰਹਿਰਾਸ ਸਾਹਿਬ, ਰਾਤ ਦੀ ਬਾਣੀ ਸੋਹਿਲਾ ਸਾਹਿਬ ਤੱਕ ਦੀ ਸਾਰੀ ਸੰਥਿਆ ਸੰਪੂਰਨ ਕਰ ਲਈ ਹੈ। ਇਹ ਸਾਰੀ ਸੰਥਿਆ ਆਪਾਂ ਸੰਪੂਰਨ ਕਰ ਲਈ ਹੈ ਤੇ ਹੁਣ ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ, ਜੋ ਸਿੱਖਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪੜ੍ਹੀ ਜਾਂਦੀ ਹੈ, ਅਨਿੱਖੜਵਾਂ ਅੰਗ ਹੈ, ਕਿਉਂਕਿ ਇਹ ਜਿਹੜੀ ਬਾਣੀ ਹੈ ਇਹ ਮਨ ਨੂੰ ਬੜਾ ਸੁੱਖ ਦਿੰਦੀ ਹੈ। ਸਤਿਗੁਰਾਂ ਨੇ ਨਾਮ ਦੀ ਮਹਿਮਾ ਇਸ ਬਾਣੀ ਦੇ ਅੰਦਰ ਦਰਜ ਕੀਤੀ ਹੈ। ਇਹ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਇਸ ਬਾਣੀ ਦੀ ਸੰਥਿਆ ਦੀ ਆਪਾਂ ਆਰੰਭਤਾ ਕਰਨੀ ਹੈ ਤੇ ਨਾਲ ਹੀ ਆਪਾਂ ਵਿਚਾਰ ਵੀ ਕਰਨੀ ਇਸ ਬਾਣੀ ਦੀ। ਵੈਸੇ ਦੇਖਿਆ ਜਾਵੇ ਤੇ ਇਹ ਬਾਣੀ ਪੜ੍ਹਨ ਦੇ ਵਿੱਚ ਵੀ ਸੌਖੀ ਹੈ, ਸਮਝ ਵੀ ਸੌਖੀ ਆ ਜਾਂਦੀ ਹੈ। ਇਸ ਬਾਣੀ ਦੀਆਂ ਸਾਧ ਸੰਗਤ 24 ਅਸ਼ਟਪਦੀਆਂ ਨੇ। 24 ਅਸ਼ਟਪਦੀਆਂ ਇਸ ਬਾਣੀ ਦੀਆਂ ਹਨ ਤੇ ਸ਼ਲੋਕ ਵੀ 24 ਹਨ। ਹਰ ਇੱਕ ਅਸ਼ਟਪਦੀ ਦੇ ਆਰੰਭ ਦੇ ਵਿੱਚ ਸ਼ਲੋਕ ਦਿੱਤਾ ਹੋਇਆ ਹੈ। 8 ਪੌੜੀਆਂ ਦੀ ਇੱਕ ਜਿਹੜੀ ਹੈ ਉਹ ਅਸ਼ਟਪਦੀ ਹੈ, ਇੱਕ ਪੌੜੀ ਹੈ, 8 ਪੰਗਤੀਆਂ ਦੀ। ਇਸ ਕਰਕੇ ਅਸ਼ਟਪਦੀਆਂ ਨਾਲ ਹਨ। ਰਾਗ ਗੌੜੀ ਹੈ, ਗੌੜੀ ਰਾਗ ਦੇ ਵਿੱਚ ਅਸ਼ਟਪਦੀ ਸਰੂਪ ਹੈ। ਇਹ ਜੋ ਅਸ਼ਟਪਦੀਆਂ ਹਰ ਰਾਗ ਦੇ ਵਿੱਚ ਹਨ, ਉਸੇ ਤਰ੍ਹਾਂ ਹੀ ਸੁਖਮਨੀ ਦੇ ਵਿੱਚ ਅਸ਼ਟਪਦੀ ਸਰੂਪ ਹੈ। ਸੋ ਸਤਿਗੁਰਾਂ ਨੇ ਇਸ ਪਾਵਨ ਬਾਣੀ ਨੂੰ ਰਚਿਆ ਹੈ। ਥੋੜ੍ਹੀ ਜਿਹੀ ਉਥਾਨਕਾ ਆਪਾਂ ਇਹਦੇ ਬਾਰੇ ਜਾਣ ਲਈਏ ਕਿ ਕਿੰਨਾ ਕੁ ਮਹਾਤਮ ਹੈ ਇਸ ਬਾਣੀ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਸਰ ਸਰੋਵਰ ਦੇ ਕਿਨਾਰੇ ਬੈਠੇ ਸਨ ਤੇ ਸਤਿਗੁਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਸੀ ਤੇ ਨਿਤਨਾ ਨਿਯਮ ਸੀ ਸਤਿਗੁਰਾਂ ਦਾ। ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਸਮਾਧੀ ਲੀਨ ਹੋ ਜਾਣਾ। ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿਕ ਸਿੱਖ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ ਆਏ ਆ ਤੇ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ, ਇਹ ਜੋ ਸੰਸਾਰ ਹੈ ਇਹਨੂੰ ਤਾਰਨ ਵਾਸਤੇ ਆਪ ਜੀ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਜਹਾਜ਼ ਬਣਾ ਰਹੇ ਹੋ। ਮਹਾਰਾਜ, ਸਾਡੀ ਇੱਕ ਬੇਨਤੀ ਹੈ ਕਿ ਆਪ ਜੀ ਨੇ ਕਿਹਾ ਕਿ 8 ਪਹਿਰ ਪਰਮੇਸ਼ਰ ਦਾ ਨਾਮ ਜਪਦੇ ਰਹਿਣਾ। 8 ਪਹਿਰ ਹਰ ਵੇਲੇ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਯਾਦ ਕਰਦੇ ਰਹਿਣਾ ਹੈ। ਤੇ ਮਹਾਰਾਜ, ਕਲਯੁਗ ਦਾ ਸਮਾਂ ਹੈ, 8 ਪਹਿਰ ਕੌਣ ਜੁੜਦਾ ਹੈ? ਕਾਰ ਵਿਹਾਰੀ ਇੰਨੇ ਮਨੁੱਖ ਕੋਲ ਹੁੰਦੇ, 8 ਪਹਿਰ ਕਿਹਦੇ ਕੋਲ ਜੁੜਿਆ ਜਾਵੇ? ਮਹਾਰਾਜ, ਕੋਈ ਐਸੀ ਰਚਨਾ ਕਰੋ ਜਿਹਦੇ ਨਾਲ ਫਲ ਸਾਨੂੰ ਜਿਹੜਾ ਹੈ ਉਹ 8 ਪਹਿਰਾਂ ਦਾ ਪ੍ਰਾਪਤ ਹੋਵੇ। ਤੇ ਮਹਾਰਾਜ, 8 ਪਹਿਰ ਸਿਮਰਨ ਕਰਨਾ ਬਹੁਤ ਔਖਾ ਹੈ। ਕਿਰਪਾ ਕਰੋ, ਆਪ ਜੀ ਐਸੀ ਬਾਣੀ ਬਣਾ ਦਿਓ ਜਿਹਦੇ ਨਾਲ ਸਵਾਸ ਸਵਾਸ ਸਿਮਰਨ ਦਾ ਫਲ ਪ੍ਰਾਪਤ ਹੋਵੇ। ਜਦੋਂ ਇੰਨੇ ਪਿਆਰ ਦੇ ਨਾਲ ਸਿੱਖਾਂ ਨੇ ਕਿਹਾ ਹੈ ਤੇ ਫਿਰ ਸਤਿਗੁਰਾਂ ਨੇ ਦਇਆ ਕੀਤੀ। ਪਾਤਸ਼ਾਹ ਨੇ ਕਿਹਾ, ਚਲੋ ਸਿੱਖੋ, ਅਸੀਂ ਤੁਹਾਡੀ ਗੱਲ ਮੰਨਦੇ ਹਾਂ। ਅਸੀਂ ਗੌੜੀ ਰਾਗ ਦੇ ਵਿੱਚ ਇੱਕ ਅਸ਼ਟਪਦੀ ਸਰੂਪ ਸੁਖਮਨੀ ਦੀ ਬਾਣੀ ਲਿਖਣ ਲੱਗੇ ਹਾਂ, ਜਿਹਨੂੰ ਪੜ੍ਹਨ ਦੇ ਨਾਲ ਸਿੱਖਾਂ ਨੂੰ ਸੁੱਖ ਪ੍ਰਾਪਤ ਹੋਏਗਾ। ਇਹ ਬਾਣੀ ਐਸੀ ਹੋਵੇਗੀ ਕਿ 8 ਪਹਿਰਾਂ ਦਾ ਜਿਹੜਾ ਜਾਪ ਹੈ ਉਹਦਾ ਫਲ ਵੀ ਇਸ ਬਾਣੀ ਨੂੰ ਪੜ੍ਹਨ ਦੇ ਨਾਲ ਪ੍ਰਾਪਤ ਹੋਵੇਗਾ।
ਉਹਦੇ ਵਿੱਚ ਅਸੀਂ ਵਿਸ਼ੇਸ਼ ਨਾਮ ਦੀ ਮਹਾਨਤਾ ਕਵਾਂਗੇ ਤੇ ਇਸ ਬਾਣੀ ਨੂੰ ਪੜ੍ਹ ਕੇ ਸਿੱਖ ਨਾਮ ਦਾ ਮਹੱਤਵ ਜਾਣਨਗੇ, ਉਹਨਾਂ ਦੀ ਕਲਿਆਣ ਹੋਵੇਗੀ। ਹਾਲਾਂਕਿ ਸਾਰੀ ਬਾਣੀ ਭਾਵੇਂ ਕਲਿਆਣ ਸਰੂਪ ਹੈ, ਸਾਰੀ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਫਿਰ ਵੀ ਸਤਿਗੁਰਾਂ ਨੇ ਜਗਤ ਦੇ ਭਲੇ ਵਾਸਤੇ ਇਹ ਪਾਵਨ ਬਾਣੀ ਉਚਾਰੀ ਹੈ ਕਿ ਭਾਈ ਜਿਹੜਾ ਗੁਰਸਿੱਖ ਇਸ ਬਾਣੀ ਨੂੰ ਪੜ੍ਹੇਗਾ ਉਹਦਾ ਭਲਾ ਹੋਏਗਾ, ਉਹਦਾ ਜੀਵਨ ਸਫਲਾ ਹੋਵੇਗਾ, ਉਹ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋਵੇਗਾ। ਸੋ ਇਹ ਬਾਣੀ ਜਿਹੜੀ ਹੈ ਸੁਖੈਨ ਰੂਪ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀ ਹੈ। ਪੜ੍ਹਨ ਮਾਤਰ ਦੇ ਨਾਲ ਹੀ ਸਿੱਖਾਂ ਦੇ ਦੁੱਖ ਕਲੇਸ਼ ਜਿਹੜੇ ਉਹ ਖਤਮ ਕਰਦੀ ਹੈ। ਜਿੰਨੀਆਂ ਵੀ ਚਿੰਤਾ ਝੋਰੇ ਖਤਮ ਕਰਕੇ ਇਹ ਸੁੱਖ ਦਿੰਦੀ ਹੈ। ਸੁੱਖ ਮਨੀ, ਇਹ ਸੁੱਖਾਂ ਦੀ ਮਨੀ ਹੈ। ਭਾਵ ਜਿਵੇਂ ਸੱਪ ਦੇ ਸਿਰ ਦੇ ਉੱਤੇ ਕਹਿੰਦੇ ਮਣੀ ਹੁੰਦੀ ਹੈ ਤੇ ਉਹਦੇ ਨਾਲ ਹੀ ਪ੍ਰਕਾਸ਼ਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਆ ਸੁਖਮਨੀ ਦੀ ਬਾਣੀ, ਇਹ ਜਿਹੜਾ ਸਿੱਖ ਪੜ੍ਹਦਾ ਹੈ ਤੇ ਉਹਦਾ ਹਿਰਦਾ ਪ੍ਰਕਾਸ਼ਮਾਨ ਹੁੰਦਾ ਹੈ, ਉਹਨੂੰ ਸੰਸਾਰ ਦਾ ਜ਼ਹਿਰ ਨਹੀਂ ਚੜ੍ਹਦਾ। ਇਸ ਕਰਕੇ ਸੁਖ ਮਨੀ, ਇੱਕ ਅਰਥ ਇਹਦਾ ਹੋਰ ਕੀਤਾ ਜਾਂਦਾ ਹੈ ਸੁਖ ਮਨ ਈ। ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ, ਇਸ ਤਰ੍ਹਾਂ ਵੀ ਇਹਦਾ ਅਰਥ ਕੀਤਾ ਜਾਂਦਾ ਹੈ। ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ ਇਹ ਬਾਣੀ ਹੈ ਜੋ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਜਿਸ ਦੀ ਆਪਾਂ ਸੰਥਿਆ ਤੇ ਵਿਚਾਰ ਆਰੰਭ ਕਰਨ ਲੱਗੇ ਹਾਂ। ਤੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ ਸਭ ਦੇ ਉੱਤੇ ਕਿ ਇਹ ਬਾਣੀ ਦੀ ਆਰੰਭਤਾ ਹੋਣ ਲੱਗੀ ਹੈ। ਸਾਰਿਆਂ ਨੂੰ ਸੁੱਖ ਬਖਸ਼ਿਸ਼ ਕਰਨ, ਅਧਿਆਤਮਿਕ ਸੁੱਖ, ਸਰੀਰਕ ਸੁੱਖ, ਦੁਨਿਆਵੀ ਸੁੱਖ, ਮਾਨਸਿਕ ਸੁੱਖ ਸਭ ਨੂੰ ਪ੍ਰਾਪਤ ਹੋਵੇ। ਸੋ ਆਓ ਆਪਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਇਸ ਬਾਣੀ ਦੀ ਆਰੰਭਤਾ ਕਰੀਏ। ਸੋ ਬਾਣੀ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਹੀ ਫਿਰ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾ। ਰਾਗ ਗੌੜੀ ਹੈ, ਬਾਣੀ ਸੁਖਮਨੀ ਹੈ, ਸੁਖਮਨੀ ਗੌੜੀ ਹੈ ਇਹ। ਮਹੱਲਾ ਪੰਜਵਾਂ। ਗੌੜੀ ਸੁਖਮਨੀ ਇਹ ਵੀ ਭਾਵ ਲਿਆ ਜਾਂਦਾ ਹੈ ਕਿ ਸੁਖਮਨੀ ਜਾਤੀ ਦੀ ਗੌੜੀ ਹੈ ਇਹ। ਮਹੱਲਾ ਪੰਜਵਾਂ। ਪੰਜਵੇਂ ਮਹੱਲੇ ਦੇ ਅੰਦਰ ਸਤਿਗੁਰੂ ਜੀ ਉਚਾਰ ਕਰਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਸਤਿਗੁਰੂ ਉਚਾਰਨ ਕਰਦੇ ਆ ਇੱਕ ਓੰਕਾਰ, ਇੱਕੋ ਅਦੁੱਤੀ ਅਕਾਲ ਪੁਰਖ ਪਰਮਾਤਮਾ ਜੋ ਕਾਰ ਰੂਪ ਹੋ ਕਰਕੇ ਫੈਲਿਆ ਹੋਇਆ ਹੈ, ਹਰ ਜਗ੍ਹਾ ਦੇ ਉੱਤੇ ਉਹਦਾ ਹੀ ਪ੍ਰਕਾਸ਼ ਹੈ। ਤੇ ਇਸ ਬਾਣੀ ਦੀ ਆਰੰਭਤਾ ਵਿੱਚ ਤੇ ਸਤਿਗੁਰਾਂ ਨੇ ਇਹੀ ਕਿਹਾ ਹੈ ਕਿ ਸਿੱਖਾ ਤੂੰ ਉਸ ਪਰਮੇਸ਼ਰ ਨਾਲ, ਉਸ ਅਕਾਲ ਦੇ ਨਾਲ ਜੁੜ ਜਿਹੜਾ ਹਰ ਜਗ੍ਹਾ ਦੇ ਉੱਤੇ ਸੁਭਾਈਮਾਨ ਹੈ। ਪਾਤਸ਼ਾਹ ਜੁੜਨ ਦਾ ਰਸਤਾ ਕੀ ਹੈ, ਕਿਵੇਂ ਜੁੜਿਆ ਜਾਵੇ? ਤੇ ਮਹਾਰਾਜ ਕਹਿੰਦੇ ਆ ਸਤਿਗੁਰ ਪ੍ਰਸਾਦ। ਭਾਈ ਸਿੱਖਾ ਗੁਰੂ ਦੇ ਕੋਲ ਜਾ, ਸੱਚੇ ਗੁਰੂ ਦੇ ਕੋਲ, ਤੇ ਉਸ ਗੁਰੂ ਦੇ ਕੋਲ ਜਾਏਗਾ ਜਦੋਂ ਗੁਰੂ ਕਿਰਪਾ ਕਰੇਗਾ ਤੇ ਤੇਰੀ ਇਸ ਓੰਕਾਰ ਦੇ ਨਾਲ ਤੇਰਾ ਸੰਬੰਧ ਜੁੜ ਜਾਵੇਗਾ। ਜਿਹਨੇ ਤੈਨੂੰ ਬਣਾਇਆ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਜਿਹੜਾ ਸਾਰੀ ਸ੍ਰਿਸ਼ਟੀ 'ਚ ਵਿਦਮਾਨ ਹੈ, ਉਹਦੇ ਨਾਲ ਸੰਬੰਧ ਤੇਰਾ ਜੁੜ ਸਕਦਾ ਹੈ। ਉਹ ਰਸਤਾ ਤੈਨੂੰ ਇੱਕੋ ਹੀ ਹੈ, ਰਸਤਾ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਦੇ ਨਾਲ ਤੇਰਾ ਸੰਬੰਧ ਜੁੜ ਸਕਦਾ ਹੈ, ਹੋਰ ਕਿਸੇ ਤਰੀਕੇ ਦੇ ਨਾਲ ਸੰਬੰਧ ਨਹੀਂ ਜੁੜ ਸਕਦਾ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਆਦਿ ਗੁਰੇ ਨਮਹਿ। ਆਦ ਉਹ ਅਕਾਲ ਪੁਰਖ ਪਰਮਾਤਮਾ ਗੁਰੂ ਰੂਪ ਹੋ ਕਰਕੇ ਜਿਹੜਾ ਆਦ ਮੁੱਢ ਤੋਂ ਹੀ ਸੁਭਾਈਮਾਨ ਹੈ, ਜਿਹਨੇ ਸਾਰਾ ਕੁਛ ਬਣਾਇਆ ਹੈ। ਸਤਿਗੁਰੂ ਕਹਿੰਦੇ ਉਹਦੇ ਅੱਗੇ ਸਾਡੀ ਨਮਸਕਾਰ ਹੈ। ਜੁਗਾਦ ਗੁਰੇ ਨਮਹਿ। ਯੁੱਗਾਂ ਤੋਂ ਜਦੋਂ ਯੁੱਗ ਸ਼ੁਰੂ ਹੋਏ ਉਦੋਂ ਤੋਂ ਵੀ ਉਹ ਪਰਮੇਸ਼ਰ ਗੁਰੂ ਰੂਪ ਹੋ ਕਰਕੇ ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ ਹੈ, ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ। ਇਸ ਕਰਕੇ ਉਸ ਯੁੱਗਾਂ ਦੀ ਆਦ ਤੋਂ ਜਿਹੜਾ ਪਰਮੇਸ਼ਰ ਸੱਚਾ ਹੈ ਉਹਨੂੰ ਸਾਡੀ ਸਤਿਗੁਰੂ ਕਹਿੰਦੇ ਨਮਸਕਾਰ ਹੈ। ਸਤ ਗੁਰੇ ਨਮਹਿ। ਸਤ ਗੁਰ ਇਹ ਨਮਹਿ। ਸਤ ਗੁਰੂ ਸਰੂਪ ਹੋ ਕਰਕੇ ਜਿਹੜਾ ਸੱਚਾ ਗੁਰੂ ਹੋ ਕਰਕੇ ਸਭ ਨੂੰ ਗਿਆਨ ਦੇ ਰਿਹਾ ਹੈ, ਉਹਦੇ ਅੱਗੇ ਸਤਿਗੁਰੂ ਕਹਿੰਦੇ ਸਾਡੀ ਨਮਸਕਾਰ ਹੈ।
ਸ੍ਰੀ ਗੁਰਦੇਵ ਏ ਨਮः। ਸ੍ਰੀ ਸ਼੍ਰੋਮਣੀ ਗੁਰਦੇਵ ਜੋ ਸ਼੍ਰੋਮਣੀ ਪਰਮੇਸ਼ਰ ਹੈ, ਵਾਹਿਗੁਰੂ ਗੁਰੂਦੇਵ ਹੋ ਕਰਕੇ ਜਿਹੜਾ ਵਰਤ ਰਿਹਾ ਹੈ, ਉਹਨੂੰ ਸਾਡੀ ਨਮਸਕਾਰ ਹੈ। ਇੱਕ ਅਰਥ ਇਹਦਾ ਆਪਾਂ ਹੋਰ ਕਰ ਲਈਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਆਦ ਗੁਰੇ ਨਮः। ਆਦ ਗੁਰੂ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਆਦ ਤੋਂ ਜਿਹੜੇ ਗੁਰੂ ਹੋਏ ਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ। ਜੁਗਾਦ ਗੁਰੇ ਨਮः। ਜੁਗਾਦ, ਜੁਗ ਜੁਗ ਦਾ ਅਰਥ ਹੁਣ ਕਰਾਂਗੇ ਦੋ, ਭਾਵ ਜੋ ਦੋ ਗੁਰੂ ਹੋਏ ਆ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ, ਉਹਨਾਂ ਤੋਂ ਪਹਿਲਾਂ ਜਿਹੜੇ ਸਨ ਜੁਗਾਦ, ਉਹਨਾਂ ਤੋਂ ਪਹਿਲੇ ਗੁਰੂ ਕਿਹੜੇ ਹਨ? ਗੁਰੂ ਅੰਗਦ ਦੇਵ ਜੀ ਮਹਾਰਾਜ। ਤੇ ਸਾਡੀ ਨਮਸਕਾਰ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ। ਸਤ ਗੁਰੇ ਏ ਨਮः। ਸਤ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ, ਜੋ ਸਤ ਸਰੂਪ ਹਨ, ਜੋ ਸਦੀਵੀ ਤੌਰ ਤੇ ਸਤ ਹਨ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮः। ਸ੍ਰੀ ਦਾ ਅਰਥ ਹੈ ਮਾਇਆ। ਜੋ ਮਾਇਆ ਹੈ ਉਹ ਮਾਇਆ ਦੇ ਪਤੀ ਵਾਹਿਗੁਰੂ, ਮਾਇਆ ਦੇ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਮਾਇਆ ਪਈ ਰਹਿੰਦੀ ਹੈ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਇੱਥੇ ਕਿਉਂ ਸ੍ਰੀ ਸ਼ਬਦ ਵਰਤਿਆ? ਕਿਉਂਕਿ ਕਹਿੰਦੇ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਮਾਇਆ ਆਈ ਹੈ, ਇਹਨੇ ਕਿਹਾ ਮਹਾਰਾਜ ਮੈਨੂੰ ਚਰਨੀ ਲਾਓ। ਪਾਤਸ਼ਾਹ ਨੇ ਕਿਹਾ 12 ਕੋਹ ਸਾਡੇ ਤੋਂ ਦੂਰ ਰਹਿਣਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ 6 ਕੋਹ ਕੋਲ ਆ ਗਈ ਹੈ, ਤੇ ਗੁਰੂ ਅਮਰਦਾਸ ਜੀ ਦੇ ਸਮੇਂ ਮਾਇਆ ਜਿਹੜੀ ਹੈ ਉਹ ਸਤਿਗੁਰਾਂ ਦੇ ਦਰਵਾਜ਼ੇ ਤੇ ਬੈਠ ਗਈ ਹੈ। ਫਿਰ ਗੁਰੂ ਸਾਹਿਬ ਨੇ ਤਰਸ ਕੀਤਾ ਹੈ ਮਾਇਆ ਦੇ ਉੱਤੇ, ਤੇ ਇਹ ਸਾਰੀ ਮਾਇਆ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬਿਠਾ ਦਿੱਤੀ ਕਿ ਤੁਸੀਂ ਰਾਮਦਾਸ ਦੇ ਚਰਨਾਂ ਦੇ ਵਿੱਚ ਰਹਿਣਾ। ਇਸ ਕਰਕੇ ਨਮਸਕਾਰ ਹੈ ਸ੍ਰੀ ਗੁਰਦੇਵ ਏ ਨਮः। ਧੰਨ ਗੁਰੂ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੀ ਨਮਸਕਾਰ ਹੈ। ਜਿਹੜੇ ਸ਼੍ਰੋਮਣੀ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮः। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰੂ ਕਹਿੰਦੇ ਸਿਮਰੋ ਉਸ ਪਰਮੇਸ਼ਰ ਨੂੰ ਤੇ ਸਿਮਰ ਕੇ ਸੁਖ ਪਾਓ। ਉਹਨੂੰ ਸਿਮਰਨ ਦੇ ਨਾਲ ਸਿੱਖੋ, ਸਾਰੇ ਹੀ ਸੁੱਖ ਪ੍ਰਾਪਤ ਹੁੰਦੇ ਆ। ਤੇ ਮਹਾਰਾਜ ਨੇ ਦੇਖੋ ਕਿੰਨੀ ਬਖਸ਼ਿਸ਼ ਕੀਤੀ ਆ। ਸਤਿਗੁਰੂ ਕਹਿੰਦੇ ਸਿਮਰੋ ਸਿਮਰੋ ਸਿਮਰ ਸਿਮਰ, ਇੱਕ ਵਾਰੀ ਨਹੀਂ ਸਿਮਰ, 2 ਵਾਰੀ ਸਿਮਰ ਸਿਮਰ ਕੇ ਸ਼ਬਦ ਕਿਹਾ ਕਿ ਭਾਈ ਯਾਦ ਕਰ, ਤਨ ਕਰਕੇ ਯਾਦ ਕਰ, ਮਨ ਕਰਕੇ ਇਸ ਪਰਮੇਸ਼ਰ ਨੂੰ ਯਾਦ ਕਰ, ਉਹਨੂੰ ਸਿਮਰ। ਸਿਮਰੋ ਸਿਮਰ ਸਿਮਰ ਸੁਖ ਪਾਓ। ਫਿਰ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ ਜੇ ਪਰਮੇਸ਼ਰ ਨੂੰ ਸਿਮਰੇਗਾ। ਮਾਇਆ ਦੇ ਨਾਲ ਸੁੱਖ ਨਹੀਂ ਮਿਲਣਗੇ, ਪਰਮੇਸ਼ਰ ਦੇ ਨਾਮ ਦੇ ਨਾਲ ਤੈਨੂੰ ਸੁੱਖ ਮਿਲਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਫਿਰ ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲ ਭਾਵ ਕਲਪਨਾ, ਬਹੁਤ ਕਲਪਦਾ ਹੈ ਨਾ ਮਨੁੱਖ। ਕਲੇਸ਼, ਕਈ ਤਰ੍ਹਾਂ ਦੇ ਕਲੇਸ਼ ਕਰਦਾ ਹੈ ਸੰਸਾਰ ਦੇ ਜੀਵਾਂ ਨਾਲ, ਤੇ ਤਨ ਕਰਕੇ ਦੁਖੀ ਹੁੰਦਾ ਹੈ। ਕਿਤੇ ਸਰੀਰ ਨੂੰ ਦੁੱਖ ਲੱਗਣ ਲੱਗ ਪੈਂਦੇ ਆ ਜਦੋਂ ਕਲਪਦਾ ਹੈ ਕਿਸੇ ਦੇ ਉੱਤੇ, ਕਿਸੇ ਨਾਲ ਝਗੜਾ ਮੁੱਲ ਲੈਂਦਾ ਹੈ। ਮਹਾਰਾਜ ਕਹਿੰਦੇ ਭਾਈ ਕਲ ਕਲੇਸ਼ ਤਨ ਮਾਹੇ ਮਿਟਾਵੋ। ਵੇਖੋ ਸਤਿਗੁਰਾਂ ਨੇ ਮਨ ਦੀ ਗੱਲ ਬਾਅਦ 'ਚ ਕੀਤੀ ਆ, ਸਭ ਤੋਂ ਪਹਿਲਾਂ ਤਨ ਦੀ ਗੱਲ ਕੀਤੀ ਹੈ। ਰਾਗ ਦਵੈਸ਼ ਅਵਿਦਿਆ, ਇਹ ਸਾਰੇ ਤਰ੍ਹਾਂ ਦੇ ਜਿਹੜੇ ਕਲੇਸ਼ ਆ ਤੇਰੇ ਉਹ ਖਤਮ ਹੋ ਜਾਣਗੇ ਸਿੱਖਾ। ਜਿਹੜੇ ਤੇਰੇ ਤਨ ਨੂੰ ਕਲੇਸ਼ ਲੱਗੇ ਆ ਨਾ, ਇਹ ਖਤਮ ਹੋਣਗੇ ਜਦੋਂ ਤੂੰ ਸਿਮਰੇਗਾ। ਮਰਨ ਤੇ ਸੁਖੀ ਹੋਵੇਗਾ ਹੀ, ਪਰ ਸਭ ਤੋਂ ਪਹਿਲਾਂ ਤੇਰੇ ਤਨ ਦੇ ਕਲੇਸ਼ ਖਤਮ ਹੋ ਜਾਣਗੇ। ਇਸ ਕਰਕੇ ਤੂੰ ਸਿਮਰ ਉਸ ਪਰਮੇਸ਼ਰ ਨੂੰ। ਕਲ ਕਲੇਸ਼ ਤਨ ਮਾਹੇ ਮਿਟਾਵੋ, ਮਿਟ ਜਾਣਗੇ ਸਾਰੇ ਕਲੇਸ਼, ਸਾਰੇ ਕਲਾਂ ਦਾ ਨਾਸ਼ ਹੋ ਜਾਏਗਾ ਜਦੋਂ ਤੂੰ ਪਰਮੇਸ਼ਰ ਨੂੰ ਸਿਮਰੇਗਾ। ਸਿਮਰੋ ਜਾਸ ਬਿਸੰਭਰ ਏਕੈ। ਸਿਮਰੋ ਉਸ ਨੂੰ ਸਿਮਰੋ, ਜਾਸ ਉਸ ਪਰਮੇਸ਼ਰ ਨੂੰ ਸਿਮਰੋ। ਬਿਸੰਭਰ, ਬਿਸੰਭਰ ਦਾ ਅਰਥ ਹੁੰਦਾ ਹੈ ਵਿਸ਼ਵ ਨੂੰ ਭਰਨ ਵਾਲਾ, ਭਾਵ ਸਾਰੇ ਵਿਸ਼ਵ ਦਾ ਰਿਜ਼ਕ ਦਾਤਾ ਜਿਹੜਾ ਹੈ।
ਸਤਿਗੁਰਾਂ ਨੇ ਕਿਹਾ ਉਹਨੂੰ ਸਿਮਰ ਜਿਹੜਾ ਸਭ ਨੂੰ ਪਾਲਦਾ ਹੈ। ਤੂੰ ਇਹ ਚਿੰਤਾ ਖਤਮ ਕਰ ਦੇ ਕਿ ਮੈਂ ਪਾਲਣਹਾਰ ਹਾਂ ਪਰਿਵਾਰ ਦਾ। ਇਹ ਸਾਰਾ ਕੁਝ ਭੁੱਲ ਕੇ ਉਸ ਪਰਮੇਸ਼ਰ ਨੂੰ ਸਿਮਰਨਾ ਕਰ। ਸਿਮਰੋ ਜਾਸ, ਉਸ ਨੂੰ ਸਿਮਰ। ਜਾਸ ਦਾ ਅਰਥ ਉਸ ਪਰਮੇਸ਼ਰ ਨੂੰ ਸਿਮਰ। ਵਿਸੰਪਰ ਇੱਕ ਹੈ, ਜਿਹੜਾ ਇੱਕੋ ਹੀ ਵਿਸ਼ਵ ਨੂੰ ਪਾਲਣ ਵਾਲਾ ਹੈ। ਵਿਸੰਪਰ, ਵਿਸ਼ਵ ਭਰ ਪਾਲਣ ਵਾਲਾ, ਸਾਰੇ ਸੰਸਾਰ ਨੂੰ ਪਾਲਣ ਵਾਲਾ ਜਿਹੜਾ ਪਰਮੇਸ਼ਰ ਇੱਕ ਹੈ। ਨਾਮ ਜਪਤ ਅਗਣਤ ਅਨੇਕੈ, ਨਾਮ ਜਪਤ ਅਗਣਤ ਅਨੇਕੈ। ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਨੂੰ ਜਪਣ ਵਾਲੇ ਵੀ ਅਗਣਤ ਹਨ ਤੇ ਅਨੇਕ ਹਨ। ਨਾਮ ਜਪਤ ਅਗਣਤ ਅਨੇਕੈ, ਅਨੇਕਾਂ ਹੀ ਉਸ ਪਰਮੇਸ਼ਰ ਦਾ ਜਸ ਗਾਉਣ ਵਾਲੇ ਹਨ। ਇਸ ਕਰਕੇ ਭਾਈ ਸਿੱਖਾ, ਤੂੰ ਵੀ ਉਸ ਪਰਮੇਸ਼ਰ ਨੂੰ ਸਿਮਰ ਜਿਹੜਾ ਨਾਮ ਸਾਰੇ ਸਿਮਰ ਰਹੇ ਆ। ਅਗਣਤ ਅਨੇਕੈ, ਅਨੇਕਾਂ ਹੀ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰ ਰਹੇ ਆ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਵੇਦ ਪੁਰਾਨ ਸਿਮਰਤ ਸੁਧਾਖਰ। ਵੇਦ, 4 ਵੇਦ ਹਨ। ਪੁਰਾਣ, 18 ਪੁਰਾਣ ਹਨ। ਸਿਮਰਤ, 27 ਸਿਮਰਤੀਆਂ ਹਨ। ਸੁਧਾਖਰ, ਇਹਨੂੰ ਸ਼ਬਦ ਨੂੰ ਸੁਧਾਖਰ ਵੀ ਪੜ੍ਹ ਜਾਂਦੇ ਆ, ਐੜਾ ਪੈਰ ਵਿੱਚ ਲਾ ਕੇ। ਸੁਧਾਖਰ, ਸੁਧਾਖਰ ਵੀ ਸਹੀ ਹੈ, ਸੁਧਾਖਰ ਵੀ ਪੜ੍ਹਿਆ ਜਾ ਸਕਦਾ ਹੈ, ਸੁਧਾਖਰ ਵੀ ਪੜ੍ਹਿਆ ਜਾ ਸਕਦਾ ਹੈ। ਇਹਦੇ ਵਿੱਚ ਕੋਈ ਭਰਮ ਨਹੀਂ, ਦੋਵੇਂ ਤਰ੍ਹਾਂ ਦਾ ਪਾਠ ਕੀਤਾ ਜਾ ਸਕਦਾ ਹੈ। ਵੇਦ ਪੁਰਾਣ ਸਿਮਰਤ ਸੁਧਾਖਰ। ਸੁਧਾਖਰ ਦਾ ਅਰਥ ਹੁੰਦਾ ਹੈ ਸੋਧਿਆ ਹੋਇਆ, ਅੱਖਰ ਅੱਖਰ, ਕੱਲਾ ਕੱਲਾ ਅੱਖਰ ਸੋਧ ਦੇਣਾ। ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ, ਇਹ ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਸਿਮਰਤੀਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਸੋਧਿਆ ਹੋਇਆ ਹੈ, ਲਿਖਿਆ ਹੋਇਆ ਹੈ। ਉਸ ਪਰਮੇਸ਼ਰ ਦਾ ਨਾਮ ਤੱਤ ਸਾਰ ਹੈ ਉਹਦੇ ਵਿੱਚ। ਉਸ ਪਰਮੇਸ਼ਰ ਦੇ ਨਾਮ ਨੂੰ ਸਿੱਖਾ ਸਿਮਰ, ਜਿਹੜਾ ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਸਿਮਰਤੀਆਂ ਦੇ ਵਿੱਚ ਸਮਾਇਆ ਹੋਇਆ ਹੈ। ਜਿਹਨੂੰ ਸੁੱਧ ਕਰਕੇ ਉਹਨਾਂ ਸੁੱਧ ਆਖਰ ਭਾਵ ਪਰਮੇਸ਼ਰ ਦਾ ਨਾਮ ਜਿਹੜਾ ਉਹਨਾਂ ਸਿਮਰਤੀਆਂ ਵੇਦਾਂ ਪੁਰਾਣਾ ਜਿਹੜਾ ਦਿੱਤਾ ਹੈ ਨਾ, ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰ। ਉਸ ਪਰਮੇਸ਼ਰ ਨੂੰ ਯਾਦ ਕਰਨਾ ਕਰ ਜਿਹੜਾ ਵੇਦਾਂ ਦੇ ਵਿੱਚ, ਜਿਹਦੇ ਬਾਰੇ ਵਿਖਿਆਨ ਹੈ, ਜਿਹਦੇ ਬਾਰੇ ਸਿਮਰਤੀਆਂ 'ਚ ਵਿਖਿਆਨ ਹੈ, ਤੇ ਜਿਹਦੇ ਬਾਰੇ ਪੁਰਾਣਾਂ ਦੇ ਵਿੱਚ ਕਿਹਾ ਗਿਆ ਹੈ। ਉਸ ਪਰਮੇਸ਼ਰ ਨੂੰ ਸਿਮਰ, ਉਸ ਵਾਹਿਗੁਰੂ ਨੂੰ ਸਿਮਰ। ਕੀਨੇ ਰਾਮ ਨਾਮ ਇੱਕ ਆਖਰ। ਕੀਨੇ, ਕੀਨੇ ਦਾ ਅਰਥ ਕੀਤਾ ਹੈ, ਅਥਵਾ ਜਿਹੜੇ ਵੇਦ ਹਨ, ਸਿਮਰਤੀਆਂ ਹਨ, ਇਹਨਾਂ ਸਾਰਿਆਂ ਦੇ ਵਿੱਚ ਸ਼੍ਰੋਮਣੀ ਨਾਮ ਨੂੰ ਰੱਖਿਆ ਹੈ। ਕੀਨੇ ਰਾਮ ਨਾਮ ਇੱਕ ਆਖਰ। ਇੱਕ ਅੱਖਰ ਪਰਮੇਸ਼ਰ ਦਾ ਨਾਮ, ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਇਹਨਾਂ ਸਾਰਿਆਂ ਜਿਹੜੇ ਵੇਦ ਹਨ, ਸਿਮਰਤੀਆਂ, ਪੁਰਾਣ ਸ਼ਾਸਤਰ ਹਨ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਹਾਨਤਾ ਪਰਮੇਸ਼ਰ ਦੇ ਨਾਮ ਦੀ ਹੈ। ਇੱਕ ਅੱਖਰ, ਇੱਕ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਨਾਮ ਦਾ ਅੱਖਰ ਜਿਹੜਾ ਹੈ, ਉਹਦੀ ਮਹਾਨਤਾ ਦਰਸਾਈ ਹੈ। ਬਾਕੀ ਉਹਨਾਂ ਦੇ ਵਿੱਚ ਕੀ ਹੈ, ਉਹਨਾਂ ਦੀ ਗੱਲ ਨਹੀਂ ਸਿੱਖਾ ਤੂੰ ਲੈਣੀ, ਬਸ ਪਰਮੇਸ਼ਰ ਦਾ ਨਾਮ ਜਪਣਾ ਹੈ, ਰਾਮ ਦਾ ਨਾਮ ਜਪਣਾ, ਜਿਹੜਾ ਸ਼੍ਰੋਮਣੀ ਹੈ, ਜਿਹਦੀ ਵਾਰ-ਵਾਰ ਗੱਲ ਪਰਮੇਸ਼ਰ ਦੇ ਨਾਮ ਦੀ ਕੀਤੀ ਹੈ, ਜਿਹਨੂੰ ਸਾਰੇ ਸਿਮਰ ਰਹੇ ਆ, ਉਸ ਪਰਮੇਸ਼ਰ ਨੂੰ, ਉਸ ਰਾਮ ਨਾਮ ਨੂੰ ਸਿਮਰ। ਕਿਨਕਾ ਏਕ ਜਿਸ ਜੀ ਬਸਾਵੈ। ਇੱਕ ਕਿਣਕਾ, ਪਰਮੇਸ਼ਰ ਦੇ ਨਾਮ ਦਾ ਇੱਕ ਕਿਣਕਾ ਜਿਹਦੇ ਜੀ ਦੇ ਵਿੱਚ ਵਸਾ ਜਾਵੇ, ਜਿਹਦੇ ਹਿਰਦੇ ਦੇ ਵਿੱਚ ਵਸ ਜਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ, ਉਹਦੀ ਵਡਿਆਈ ਗਿਣੀ ਨਹੀਂ ਜਾ ਸਕਦੀ, ਜਿਸ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਕਿਣਕਾ ਮਾਤਰੀ ਵਸਣ ਦੇ ਨਾਲ ਜੀਵ ਦਾ ਉਧਾਰ ਹੋ ਜਾਂਦਾ ਹੈ। ਦੇਖੋ ਕਿੰਨੀ ਨਾਮ ਦੀ ਮਹਾਨਤਾ ਹੈ। ਸਤਿਗੁਰਾਂ ਨੇ ਕਿਹਾ ਵੇਦਾਂ, ਸਿਮਰਤੀਆਂ, ਪੁਰਾਣਾ ਸ਼ਾਸਤਰਾਂ 'ਚ ਹੋਰ ਵੀ ਬੜਾ ਕੁਝ ਲਿਖਿਆ ਹੈ, ਪਰ ਜਿਹੜਾ ਪਰਮੇਸ਼ਰ ਦਾ ਨਾਮ ਲਿਖਿਆ ਨਾ ਉਹਦੇ ਵਿੱਚ, ਉਹ ਪਰਮੇਸ਼ਰ ਦਾ ਨਾਮ ਜੇ ਕਿਤੇ ਕਿਣਕਾ ਵੀ ਤੇਰੇ ਹਿਰਦੇ 'ਚ ਵਸ ਜਾਵੇ, ਤੇਰਾ ਭਲਾ ਹੋ ਸਕਦਾ ਹੈ। ਇੱਕ ਕਿਣਕਾ ਮਾਤਰ ਜੀਵ ਦੇ ਹਿਰਦੇ ਦੇ ਵਸਣ ਨਾਲ ਪਰਮੇਸ਼ਰ ਦਾ ਨਾਮ ਮਨੁੱਖ ਦਾ ਭਲਾ ਕਰ ਦਿੰਦਾ ਹੈ। ਇਸ ਕਰਕੇ ਉਹ ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਨਾਮ ਸਿਮਰ। ਕਿਣਕਾ ਏਕ, ਕਿਣਕਾ ਮਾਤਰ, ਇੱਕ ਕਿਣਕਾ ਮਾਤਰ ਜਿਸ ਜੀ ਵਸਾਵੇ, ਜਿਸ ਦੇ ਹਿਰਦੇ 'ਚ ਵਸ ਜਾਂਦਾ ਹੈ ਨਾਮ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਉਸ ਮਨੁੱਖ ਦੀ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾਉਂਦਾ ਹੈ। ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ ਦਾ ਅਰਥ ਹੁੰਦਾ ਚਾਹਵਾਨ।
ਕਾਂਖੀ ਇੱਕ ਹੈ ਦਰਸ ਤੁਹਾਰੋ। ਸਤਿਗੁਰ ਕਹਿੰਦੇ ਆ ਕਿ ਜਿਹੜੇ ਪਰਮੇਸ਼ਰ ਜੀ ਤੁਹਾਡੇ ਦਰਸ਼ਨਾਂ ਦੀ ਤਾਂਘ ਰੱਖਦੇ ਆ, ਤੁਹਾਡੇ ਦਰਸ਼ਨਾਂ ਦੇ ਲਈ ਆਉਂਦੇ ਆ, ਜਿਹੜੇ ਕਹਿੰਦੇ ਕਿ ਸਾਨੂੰ ਪਰਮੇਸ਼ਰ ਮਿਲੇ, ਜਿਹੜੇ ਪਰਮੇਸ਼ਰ ਦਾ ਨਾਮ ਗੁਣਗਾਨ ਕਰਦੇ ਆ, ਨਾਨਕ ਉਨ ਸੰਗ ਮੋਹੇ ਉਧਾਰੋ। ਉਧਾਰੋ ਨਹੀਂ ਇੱਥੇ ਪੜ੍ਹਨਾ, ਉਧਾਰੋ ਭਾਰਾ ਕਰਕੇ ਧੱਦਾ ਲੱਗਾ ਹੋਇਆ। ਉਦਾਰ ਸ਼ਬਦ ਆਪਾਂ ਜਾਪ ਸਾਹਿਬ 'ਚ ਪੜ੍ਹਿਆ ਸੀ, ਇੱਥੇ ਉਧਾਰ ਸ਼ਬਦ ਹੈ। ਨਾਨਕ ਉਨ ਸੰਗ ਮੋਹੇ ਉਧਾਰੋ। ਹੇ ਵਾਹਿਗੁਰੂ ਜੀ, ਉਹਨਾਂ ਦੇ ਨਾਲ ਜਿਹੜੇ ਆਪ ਜੀ ਦਾ ਦਰਸ਼ਨ ਚਾਹੁੰਦੇ ਆ, ਜਿਹੜੇ ਆਪ ਜੀ ਨੂੰ ਸਿਮਰਦੇ ਆ, ਜਿਹੜੇ ਆਪ ਜੀ ਨਾਲ ਪਿਆਰ ਕਰਦੇ ਆ, ਕਿਰਪਾ ਕਰੋ ਉਹਨਾਂ ਦੇ ਨਾਲ ਸਾਡਾ ਸੰਗ ਬਣ ਜਾਵੇ। ਨਾਨਕ ਉਨ ਸੰਗ ਮੋਹੇ ਉਧਾਰੋ, ਤਾਂ ਕਿ ਸਾਡਾ ਵੀ ਉਧਾਰ ਹੋ ਸਕੇ, ਅਸੀਂ ਵੀ ਭਵ ਸਾਗਰ ਤੋਂ, ਇਸ ਮੋਹ ਦੇ ਭਵ ਸਾਗਰ ਤੋਂ ਤਰ ਸਕੀਏ। ਕਿਰਪਾ ਕਰੋ ਸਾਨੂੰ ਵੀ ਉਹਨਾਂ ਗੁਰਸਿੱਖਾਂ ਦਾ ਮਿਲਾਪ ਕਰਾ ਦਿਓ ਜਿਹੜੇ ਤੁਹਾਡੇ ਦਰਸ਼ਨਾਂ ਦੀ ਤਾਂਘ ਰੱਖਦੇ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਹੁਣ ਇਸ ਸਮੁੱਚੀ ਬਾਣੀ ਦਾ, ਸਾਰੀ ਬਾਣੀ ਦਾ, ਸੁਖਮਨੀ ਸਾਹਿਬ ਦੀ ਸਾਰੀ ਬਾਣੀ ਦਾ ਜਿਹੜਾ ਸੈਂਟਰ ਆਈਡੀਆ ਹੈ, ਜੋ ਮੇਨ ਵਿਸ਼ਾ ਹੈ, ਇਹ ਦੋ ਪੰਕਤੀਆਂ ਹਨ। ਇਹਨਾਂ ਦੋ ਪੰਕਤੀਆਂ ਦੀ ਗੱਲ ਸਾਰੀ ਸੁਖਮਨੀ ਸਾਹਿਬ ਦੇ ਵਿੱਚ ਚੱਲਣੀ ਹੈ। ਵਾਰ-ਵਾਰ ਵਿਆਖਿਆ ਕਹਿ ਲਓ ਇਹਨਾਂ ਦੋ ਪੰਕਤੀਆਂ ਦੀ ਹੋਣੀ ਹੈ। ਇਹ ਕਿਹੜੀਆਂ ਨੇ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸਤਿਗੁਰ ਕਹਿੰਦੇ ਇਹ ਜਿਹੜੀ ਸੁਖਮਨੀ ਬਾਣੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਪ੍ਰਭੂ ਦਾ ਨਾਮ ਜਿਹੜਾ ਹੈ ਨਾ, ਉਹੀ ਸੁਖ ਦੇਣ ਵਾਲਾ ਹੈ। ਜਿਹੜਾ ਸੁਖਮਨੀ ਨੂੰ ਪੜ੍ਹੇਗਾ ਉਸ ਮਨੁੱਖ ਦਾ ਕਲਿਆਣ ਹੋਵੇਗਾ, ਉਹਨੂੰ ਸੁਖ ਪ੍ਰਾਪਤ ਹੋਵੇਗੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਨਾਮ ਜਿਹੜਾ ਹੈ ਇਸ ਸੁਖਮਨੀ ਬਾਣੀ ਵਿੱਚ ਹੈ। ਜਿਹੜਾ ਪਰਮੇਸ਼ਰ ਦਾ ਨਾਮ ਜਪੇਗਾ, ਜਿਹੜਾ ਸੁਖਮਨੀ ਬਾਣੀ ਪੜ੍ਹੇਗਾ, ਉਹਦਾ ਭਲਾ ਹੋਵੇਗਾ। ਭਗਤ ਜਨਾ ਕੇ ਮਨ ਵਿਸਰਾਮ, ਤੇ ਉਹਦੇ ਮਨ ਨੂੰ ਵਿਸਰਾਮ ਆ ਜਾਵੇਗਾ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਮਨ ਟਿਕ ਜਾਵੇਗਾ। ਭਗਤ ਜਨਾ ਕੇ ਮਨ ਵਿਸਰਾਮ, ਵਿਸਰਾਮ ਦਾ ਅਰਥ ਹੁੰਦਾ ਟਿਕ ਜਾਣਾ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਉਹਦਾ ਮਨ ਟਿਕ ਜਾਵੇਗਾ। ਵਿਸਰਾਮ ਦਾ ਅਰਥ ਹੁੰਦਾ ਹੈ ਇੱਕ ਵਾਸਾ ਕਰਨਾ। ਤੇ ਜਿਹੜਾ ਸੁਖਮਨੀ ਬਾਣੀ ਨੂੰ ਪੜ੍ਹਦਾ ਹੈ, ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਉਹ ਫਿਰ ਭਗਤ ਬਣ ਜਾਂਦਾ ਹੈ। ਤੇ ਜਦੋਂ ਭਗਤ ਬਣਦਾ ਹੈ, ਤੇ ਜਦੋਂ ਭਗਤ ਜਨਾ ਕੈ ਮਨ ਵਿਸਰਾਮ, ਫਿਰ ਉਹਦੇ ਮਨ ਦੇ ਵਿੱਚ ਇਹ ਬਾਣੀ ਵਸ ਜਾਂਦੀ ਹੈ। ਜਿਹੜਾ ਵਾਰ-ਵਾਰ ਇਸ ਬਾਣੀ ਨੂੰ ਪੜ੍ਹਦਾ ਹੈ, ਜਿਹੜਾ ਆਪਣੇ ਨਿਤਨੇਮ ਦਾ ਹਿੱਸਾ ਬਣਾ ਲੈਂਦਾ ਹੈ, ਜਿਹੜਾ ਸਦਾ ਹੀ ਇਸ ਬਾਣੀ ਨੂੰ ਜਪਦਾ ਰਹਿੰਦਾ, ਫਿਰ ਉਹ ਭਗਤ ਬਣ ਜਾਂਦਾ ਹੈ। ਭਗਤ ਜਨਾ ਕੈ ਮਨ ਵਿਸਰਾਮ, ਫਿਰ ਉਹਦੇ ਮਨ ਦੇ ਵਿੱਚ ਇਹ ਸਦੀਵੀ ਤੌਰ ਤੇ ਬਾਣੀ ਵਸ ਜਾਂਦੀ ਹੈ, ਫਿਰ ਉਹਨੂੰ ਸੁੱਖ ਪ੍ਰਾਪਤ ਹੁੰਦੇ ਹੈ। ਸੋ ਸਤਿਗੁਰਾਂ ਨੇ ਕਹਿਣਾ ਕੀਤਾ ਇਹਨਾਂ ਦੋ ਪੰਕਤੀਆਂ ਦੇ ਅੰਦਰ ਕਿ ਭਾਈ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਹੈ, ਤੇ ਪੜ੍ਹਨ ਦੇ ਨਾਲ ਤੁਹਾਨੂੰ ਸੁੱਖ ਮਿਲੇਗਾ। ਤੇ ਇਹ ਸੁੱਖ ਉਹ ਹੈ ਜਿਹੜਾ ਅੰਮ੍ਰਿਤ ਪ੍ਰਭ ਕਾ ਨਾਮ, ਜਿਹੜਾ ਪ੍ਰਭੂ ਦਾ ਨਾਮ ਅੰਮ੍ਰਿਤ ਵਰਗਾ ਹੈ ਨਾ, ਜਿਹੜਾ ਸੁੱਖ ਉਹਦੇ ਵਿੱਚੋਂ ਮਿਲਦਾ, ਉਹੀ ਸੁੱਖ ਇਸ ਸੁਖਮਨੀ ਬਾਣੀ ਵਿੱਚੋਂ ਮਿਲੇਗਾ। ਫਿਰ ਧਿਆਨ ਦੇਣਾ, ਪਹਿਲੀ ਪੰਕਤੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸਤਿਗੁਰਾਂ ਨੇ ਕਿਹਾ ਭਾਈ ਇਹ ਜਿਹੜੀ ਸੁਖਮਨੀ ਬਾਣੀ ਹੈ, ਇਹਨੂੰ ਪੜ੍ਹਨ ਦੇ ਨਾਲ ਸੁੱਖ ਮਿਲੇਗਾ। ਪਾਤਸ਼ਾਹ ਕਿਹੜਾ ਸੁੱਖ? ਸਤਿਗੁਰ ਕਹਿੰਦੇ ਅੰਮ੍ਰਿਤ ਪ੍ਰਭ ਨਾਮ, ਜਿਹੜਾ ਸੁੱਖ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ, ਜਿਹੜਾ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਸੁੱਖ ਹੈ ਨਾ, ਵਾਹਿਗੁਰੂ ਵਾਹਿਗੁਰੂ ਜਪਣ ਦੇ ਵਿੱਚ ਜਿਹੜਾ ਸੁੱਖ ਹੈ, ਉਹੀ ਸੁੱਖ ਸੁਖਮਨੀ ਬਾਣੀ ਤੋਂ ਮਿਲੇਗਾ। ਆਪਣਾ ਸਵਾਲ ਹੁੰਦਾ ਹੈ ਨਾ ਕਿ ਬਾਣੀ ਪੜ੍ਹੀਏ ਕਿ ਸਿਮਰਨ ਕਰੀਏ, ਤੇ ਹੁਣ ਸਤਿਗੁਰਾਂ ਨੇ ਦੇਖੋ ਕਲੀਅਰ ਕਰ ਦਿੱਤਾ ਕਿ ਬਾਣੀ ਵੀ ਪੜ੍ਹੋ ਤੇ ਸਿਮਰਨ ਵੀ ਕਰੋ। ਅੰਮ੍ਰਿਤ ਪ੍ਰਭ ਦਾ ਨਾਮ ਵੀ ਜਪੋ ਤੇ ਸੁਖਮਨੀ ਪੜ੍ਹ ਲਓ, ਕੋਈ ਗੱਲ ਨਹੀਂ। ਭਾਵੇਂ ਬਾਣੀ ਪੜ੍ਹੋ, ਜੇ ਬਾਣੀ ਨਾਲ ਸੁੱਖ ਮਿਲਦਾ ਹੈ ਬਾਣੀ ਪੜ੍ਹ ਲਓ, ਜੇ ਸਿਮਰਨ ਕਰਨ ਦੇ ਨਾਲ ਸੁੱਖ ਮਿਲਦਾ ਸਿਮਰਨ ਕਰ ਲਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸਿੱਖੋ ਉਹ ਸੁੱਖ ਪ੍ਰਾਪਤ ਹੋਵੇਗਾ ਜਿਹੜਾ ਪ੍ਰਭੂ ਦੇ ਨਾਮ ਦੇ ਵਿੱਚ ਸੁੱਖ ਹੈ ਇਸ ਸੁਖਮਨੀ ਬਾਣੀ ਪੜ੍ਹਨ ਦੇ ਨਾਲ। ਭਗਤ ਜਨਾ ਕੇ ਮਨ ਵਿਸਰਾਮ, ਫਿਰ ਤੁਸੀਂ ਭਗਤ ਬਣ ਜਾਓਗੇ ਜਦੋਂ ਸੁਖਮਨੀ ਬਾਣੀ ਪੜ੍ਹੋਗੇ, ਤੇ ਫਿਰ ਤੁਹਾਡੇ ਮਨ 'ਚ ਸਦੀਵੀ ਤੌਰ ਤੇ ਵਿਸ਼ਰਾਮ ਆ ਜਾਵੇਗਾ। ਸਦੀਵੀ ਤੌਰ ਤੇ ਤੁਹਾਡਾ ਮਨ ਜਿਹੜਾ ਟਿਕ ਜਾਵੇਗਾ, ਤੁਸੀਂ ਵਿਕਾਰਾਂ ਵੱਲ ਨੂੰ ਨਹੀਂ ਧਾਵੋਗੇ, ਤੁਹਾਡੇ ਮਨ ਦੇ ਵਿੱਚ ਸਦੀਵੀ ਤੌਰ ਤੇ ਵਸ ਜਾਏਗੀ ਇਹ ਬਾਣੀ, ਪੱਕੇ ਤੌਰ ਤੇ ਵਸ ਜਾਵੇਗੀ ਇਹ ਸੁਖਮਨੀ ਸਾਹਿਬ ਦੀ ਬਾਣੀ। ਇਸ ਕਰਕੇ ਇੰਨਾ ਇਸ ਬਾਣੀ ਦਾ ਫਲ ਹੈ। ਸੋ ਸਿੱਖੋ ਇਸ ਬਾਣੀ ਨੂੰ ਪੜ੍ਹੋ ਤੇ ਪੜ੍ਹ ਕੇ ਹਿਰਦੇ ਦੇ ਵਿੱਚ ਵਿਚਾਰ ਕਰੋ।
ਵਾਰ-ਵਾਰ ਇਸ ਬਾਣੀ ਨੂੰ ਸਿਮਰਨ ਕਰੋ। ਸੋ ਅੱਗੇ ਸਿਮਰਨ ਦਾ ਕੀ ਫਲ ਹੈ? ਪਰਮੇਸ਼ਰ ਦੇ ਸਿਮਰਨ ਦਾ। ਦੂਸਰੀ ਅਸ਼ਟਪਦੀ 'ਚ ਸਤਿਗੁਰੂ ਬਖਸ਼ਿਸ਼ ਵਾਹਿਗੁਰੂ ਦੂਸਰੀ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਆ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਸਭ ਤੋਂ ਵੱਡਾ ਮਨੁੱਖ ਨੂੰ ਦੁੱਖ ਹੈ ਜਨਮ ਦਾ। ਆਪਾਂ ਤਾਂ ਕਹਿੰਦੇ ਆ ਨਾ, ਬੱਚਾ ਜਨਮਿਆ ਤੇ ਬੜੀ ਖੁਸ਼ੀ ਮਨਾਉਂਦੇ ਆ, ਪਰ ਇਹ ਗੁਰਬਾਣੀ ਨੇ ਕਿਹਾ ਬੜਾ ਵੱਡਾ ਦੁੱਖ ਆ। ਕਿਉਂਕਿ ਜਨਮ ਲਵੇਗਾ ਉਦੋਂ ਵੀ ਦੁੱਖ ਹੈ, ਪਰਮੇਸ਼ਰ ਤੋਂ ਵਿਛੜਦਾ ਹੈ ਮਨੁੱਖ, ਫਿਰ ਇੱਥੇ ਆ ਕੇ ਮਾਇਆ ਦੇ ਵਿੱਚ ਗਲਤਾਨ ਰਹਿੰਦਾ ਹੈ, ਫਿਰ ਮੌਤ ਦਾ ਦੁੱਖ ਹੈ। ਇਸ ਕਰਕੇ ਸਤਿਗੁਰ ਕਹਿੰਦੇ ਗਰਭ ਨਾ ਬਸੈ। ਪਰਮੇਸ਼ਰ ਦੇ ਸਿਮਰਨ ਦੇ ਨਾਲ ਮਨੁੱਖ ਗਰਭ ਦੇ ਵਿੱਚ ਨਹੀਂ ਆਉਂਦਾ, ਵਾਰ-ਵਾਰ ਨਹੀਂ ਜੰਮਦਾ, ਮੁਕਤ ਹੋ ਜਾਂਦਾ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਨਸੈ ਨਹੀਂ ਪੜ੍ਹਨਾ, ਇਹਨੂੰ ਨਸੈ ਪੜ੍ਹਨਾ। ਨਸੈ ਦਾ ਅਰਥ ਹੁੰਦਾ ਭੱਜਣਾ, ਨਸੈ ਦਾ ਅਰਥ ਹੋਰ ਹੋ ਜਾਂਦਾ, ਨਸੈ ਪੜ੍ਹਨਾ, ਨੰਨੇ ਦੇ ਉੱਤੇ ਅਧਿਕ ਲਾ ਕੇ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭੂ ਦੇ ਸਿਮਰਨ ਦੇ ਨਾਲ, ਪਰਮੇਸ਼ਰ ਦੇ ਸਿਮਰਨ ਦੇ ਨਾਲ ਸਾਰੇ ਦੁੱਖ ਦੂਰ ਹੁੰਦੇ ਆ, ਤੇ ਜਮਾਂ ਦੇ ਜਿਹੜੇ ਦੁੱਖ ਹਨ, ਜੋ ਜਮ ਦੁੱਖ ਦਿੰਦੇ ਹਨ ਮਨੁੱਖ ਨੂੰ, ਉਹ ਨਾਸ਼ ਹੁੰਦੇ ਆ। ਕਿਸੇ ਤਰ੍ਹਾਂ ਦਾ ਕੋਈ ਜਮ ਉਸ ਮਨੁੱਖ ਨੂੰ ਅੱਗੇ ਲਾ ਕੇ ਨਹੀਂ ਲੈ ਕੇ ਜਾਂਦਾ, ਜਿਹੜਾ ਇਸ ਬਾਣੀ ਦੇ ਨਾਲ ਜੁੜਦਾ, ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਇਸ ਪ੍ਰਭੂ ਦੇ ਸਿਮਰਨ ਦੇ ਨਾਲ, ਉਸ ਹਰੀ ਦੇ ਸਿਮਰਨ ਦੇ ਨਾਲ ਕਾਲ ਪਰ ਹਰੈ। ਕਾਲ ਅਰਥ ਮੌਤ। ਮੌਤ ਦਾ ਦੁੱਖ ਦੂਰ ਹੁੰਦਾ ਹੈ। ਮਨੁੱਖ ਨੂੰ ਸਭ ਤੋਂ ਵੱਡਾ ਡਰ ਇਹ ਹੈ ਨਾ ਕਿ ਮੈਂ ਮਰ ਜਾਵਾਂਗਾ, ਪਰ ਜਦੋਂ ਪਰਮੇਸ਼ਰ ਦਾ ਗੁਣਗਾਨ ਕਰਦਾ ਹੈ, ਜਦੋਂ ਪ੍ਰਭੂ ਦਾ ਸਿਮਰਨ ਕਰਦਾ ਹੈ, ਫਿਰ ਉਹ ਮੌਤ ਨੂੰ ਵੀ ਤੁੱਛ ਜਾਣਦਾ। ਫਿਰ ਉਹ ਆਰੇ ਨਾਲ ਸਰੀਰ ਚੀਰਿਆ ਜਾਵੇ ਤਾਂ ਵੀ ਦੁੱਖ ਨਹੀਂ ਮਨਾਉਂਦਾ, ਕਹਿੰਦਾ ਮੌਤ ਤੇ ਆਉਣੀ ਆਉਣੀ। ਫਿਰ ਮੌਤ ਨੂੰ ਮਖੌਲਾਂ ਕਰਦਾ ਜਦੋਂ ਪਰਮੇਸ਼ਰ ਦਾ ਸਿਮਰਨ ਦੇ ਹਿਰਦੇ 'ਚ ਵੱਸਦਾ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਪਰ ਹਰੈ ਭਾਵ ਟਲ ਜਾਂਦਾ ਹੈ ਕਾਲ, ਕਾਲ ਵੀ ਨੇੜੇ ਨਹੀਂ ਆਉਂਦਾ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪਰਮੇਸ਼ਰ ਦੇ ਸਿਮਰਨ ਦੇ ਨਾਲ ਜਿਹੜੇ ਵੈਰੀ ਹਨ ਮਨੁੱਖ ਦੇ, ਜਿਹੜੇ ਦੁਸ਼ਮਣ ਹਨ ਮਨੁੱਖ ਦੇ, ਉਹ ਵੀ ਦੂਰ ਚਲੇ ਜਾਂਦੇ ਆ, ਉਹ ਵੀ ਨੇੜੇ ਨਹੀਂ ਆਉਂਦੇ। ਦੁਸ਼ਮਣ ਵੀ ਉਸ ਮਨੁੱਖ ਦਾ ਕੁਛ ਨਹੀਂ ਵਿਗਾੜ ਸਕਦੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ। ਭਾਵ ਪਰਮੇਸ਼ਰ ਆਪਣੇ ਸਿੱਖ ਦੀ ਪਰਮੇਸ਼ਰ ਜਿਹੜਾ ਹੈ ਉਹ ਆਪਣਾ ਸਿਮਰਨ ਕਰਨ ਵਾਲੇ ਦੀ ਲਾਜ ਰੱਖਦਾ ਹੈ। ਦੁਸ਼ਮਣ ਟਰੈ, ਨੇੜੇ ਨਹੀਂ ਢੁਕਣ ਦਿੰਦਾ ਕਿਸੇ ਦੁਸ਼ਮਣ ਨੂੰ। ਟਰ ਜਾਂਦੇ ਹਨ ਦੁਸ਼ਮਣ, ਦੂਰ ਚਲੇ ਜਾਂਦੇ ਹਨ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ। ਪ੍ਰਭੂ ਦੇ ਸਿਮਰਨ ਦੇ ਨਾਲ ਵਿਘਨ ਭਾਵ ਕੋਈ ਵੀ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਂਦਾ। ਵਿਘਨ ਦਾ ਭਾਵ ਕੋਈ ਰੋਕ ਨਹੀਂ ਲੱਗਦੀ। ਪ੍ਰਭ ਕੇ ਸਿਮਰਨ ਕਛ ਬਿਗਨ ਨਾ ਲਾਗੈ। ਮਨੁੱਖ ਜਿਹੜਾ ਵੀ ਕਾਰਜ ਕਰਦਾ ਹੈ, ਉਸ ਕਾਰਜ ਦੇ ਵਿੱਚ ਉਹ ਸੰਪੂਰਨ ਹੋ ਜਾਂਦਾ। ਉਹਦਾ ਕਾਰਜ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਲੱਗਦੀ, ਵਿਘਨ ਨਹੀਂ ਪੈਂਦਾ ਉਹਨੂੰ, ਜਿਹੜਾ ਪਰਮੇਸ਼ਰ ਦਾ ਨਾਮ ਸਿਮਰਦਾ। ਪ੍ਰਭ ਕੈ ਸਿਮਰਨ ਅਣ ਦਿਨ ਜਾਗੈ। ਫਿਰ ਜਦੋਂ ਪ੍ਰਭੂ ਦਾ ਸਿਮਰਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ, ਫਿਰ ਅਣ ਦਿਨ ਜਾਗੈ। ਫਿਰ ਮਨੁੱਖ ਦਿਨ ਰਾਤ ਜਾਗਦਾ ਰਹਿੰਦਾ ਹੈ, ਮਾਇਆ ਵੱਲੋਂ ਜਾਗਦਾ ਰਹਿੰਦਾ ਹੈ, ਵਿਕਾਰਾਂ ਵੱਲੋਂ ਜਾਗਦਾ ਰਹਿੰਦਾ ਕਿ ਵਿਕਾਰ ਮਨ ਨੂੰ ਤੰਗ ਨਾ ਕਰਨ। ਉਹ ਜਾਗ ਜਾਂਦਾ ਹੈ ਮਨੁੱਖ, ਉਹਨੂੰ ਪਤਾ ਲੱਗ ਜਾਂਦਾ ਆਪਣੀ ਹਸਤੀ ਦਾ ਕਿ ਮੈਂ ਸੰਸਾਰ ਤੇ ਕਰਨ ਕੀ ਆਇਆ, ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਪ੍ਰਭ ਕੈ ਸਿਮਰਨ ਅਣ ਦਿਨ ਜਾਗੇ। ਅਣ ਦਿਨ ਦਾ ਅਰਥ ਹੁੰਦਾ ਦਿਨ ਰਾਤ। ਉਹ ਦਿਨ ਰਾਤ ਮਨੁੱਖ ਜਾਗਦਾ ਰਹਿੰਦਾ ਹੈ, ਵਿਕਾਰਾਂ ਵਿੱਚ ਨਹੀਂ ਧੌਂਦਾ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ, ਜਿਹੜਾ ਪ੍ਰਭੂ ਦੇ ਨਾਮ ਨੂੰ ਜਪਦਾ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਤੇ ਫਿਰ ਉਸ ਮਨੁੱਖ ਨੂੰ ਭਉ ਨਹੀਂ ਵਿਆਪਦਾ, ਡਰ ਨਹੀਂ ਲੱਗਦਾ ਕਿਸੇ ਪ੍ਰਕਾਰ ਦਾ ਵੀ, ਕਿਸੇ ਤਰ੍ਹਾਂ ਦਾ ਕੋਈ ਉਸ ਡਰ ਮਨੁੱਖ ਨੂੰ ਜਿਹੜਾ ਹੈ ਉਹ ਨਹੀਂ ਵਿਆਪਦਾ। ਸੰਸਾਰ ਦਾ ਕੋਈ ਡਰ ਨਹੀਂ ਉਹਨੂੰ ਵਿਆਪਦਾ, ਉਹਨੂੰ ਮੌਤ ਦਾ ਭੈ ਨਹੀਂ ਰਹਿੰਦਾ। ਸਾਰੇ ਭਉ ਦੇ ਦੂਰ ਹੋ ਜਾਂਦੇ ਆ ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਫਿਰ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਦੁੱਖ ਨਾ ਸੰਤਾਪੈ। ਸੰਤਾਪੈ ਦਾ ਅਰਥ ਹੁੰਦਾ ਸਤਾਉਣਾ। ਉਸ ਮਨੁੱਖ ਨੂੰ ਦੁੱਖ ਨਹੀਂ ਸਤਾਉਂਦੇ ਜਿਹੜਾ ਪਰਮੇਸ਼ਰ ਦਾ ਨਾਮ ਸਿਮਰਦਾ।
ਕੋਈ ਵੀ ਦੁੱਖ ਉਹਦੇ ਨੇੜੇ ਨਹੀਂ ਆਉਂਦਾ। ਦੁੱਖ ਵਿਆਪਦੇ ਹਨ ਸਰੀਰ ਨੂੰ, ਦੁੱਖ ਕਿਉਂਕਿ ਦੁੱਖ ਸੁੱਖ ਦੇ ਨਾਲ ਹੀ ਸਰੀਰ ਹੈ। ਦੁੱਖ ਸੁੱਖ ਆਉਂਦੇ ਆ ਪਰ ਉਹਨੂੰ ਵਿਆਪਦੇ ਨਹੀਂ, ਦੁਖੀ ਨਹੀਂ ਕਰਦੇ ਉਹਨੂੰ। ਉਹ ਫਿਰ ਭਾਣਾ ਸਮਝ ਕੇ ਪਰਮੇਸ਼ਰ ਦਾ ਦੁੱਖਾਂ ਸੁੱਖਾਂ ਦੇ ਵਿੱਚ ਹੀ ਜਿਹੜਾ ਹੈ ਉਹ ਖੁਸ਼ ਰਹਿੰਦਾ ਹੈ, ਕਿਉਂਕਿ ਉਹ ਸਿਮਰਨ ਦੇ ਵਿੱਚ ਲੱਗਾ ਹੁੰਦਾ ਹੈ। ਤੰਗ ਨਹੀਂ ਕਰਦੇ ਦੁੱਖ ਸੁੱਖ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੇ ਹੋਏ ਮਨੁੱਖ ਨੂੰ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਹਰੀ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ ਸਿਮਰਨ ਸਾਧ ਭਾਵ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮਿਲਦਾ ਹੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ ਕਿ ਮਨੁੱਖ ਆਪ ਸਿਮਰਨ ਕਰ ਲੱਗ ਗਿਆ, ਆਪ ਦੇ ਮਨ ਹੀ ਨਹੀਂ ਟਿਕਦਾ। ਪਰਮੇਸ਼ਰ ਦਾ ਸਿਮਰਨ ਪ੍ਰਾਪਤ ਕਰਨ ਵਾਸਤੇ ਸਤ ਸੰਗਤ ਕਰਨੀ ਪਵੇਗੀ। ਸਾਧ ਕੈ ਸੰਗ ਭਾਵ ਸਤ ਸੰਗਤ ਦੇ ਵਿੱਚ ਬੈਠ ਕੇ ਹੀ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਸਿਮਰਨ ਪ੍ਰਾਪਤ ਹੁੰਦਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਭਾਵ ਸੰਗਤ ਤੋਂ ਬਿਨਾ ਪਰਮੇਸ਼ਰ ਦਾ ਜਿਹੜਾ ਸਿਮਰਨ ਹੈ ਉਹਦੀ ਚੇਟਕ ਨਹੀਂ ਲੱਗਦੀ। ਸੰਗਤ ਵਿੱਚ ਆਵਾਂਗੇ ਮਨ ਸ਼ੁੱਧ ਹੋਵੇਗਾ, ਸੰਗਤ ਵਿੱਚ ਆ ਕੇ ਪਤਾ ਲੱਗੇਗਾ ਕਿ ਸਿਮਰਨ ਕਰਨਾ ਹੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਸਰਬ ਨਿਧਾਨ, ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਸਾਰੇ ਹੀ ਖਜ਼ਾਨੇ। ਸਰਬ ਨਿਧਾਨ ਨਾਨਕ ਹਰ ਰੰਗ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਵੇ ਨਾ, ਸਤਿਗੁਰੂ ਬਖਸ਼ਿਸ਼ ਕਰਦੇ ਆ, ਕਹਿੰਦੇ ਉਹਨੂੰ ਸਾਰੇ ਖਜ਼ਾਨੇ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਆ। ਉਹਨੂੰ ਦੁਨਿਆਵੀ ਧਨ ਵੀ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਸੰਸਾਰੀ ਧਨ ਵੀ, ਉਹਨੂੰ ਅਧਿਆਤਮਿਕ ਧਨ ਨਾਮ ਸਿਮਰਨ ਵੀ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਰਹਿੰਦਾ, ਜਿਹੜਾ ਸਿਮਰਨ ਕਰਦਾ ਰਹਿੰਦਾ। ਸਰਬ ਨਿਧਾਨ ਨਾਨਕ ਹਰ ਰੰਗ, ਜਿਹੜਾ ਪਰਮੇਸ਼ਰ ਦੇ ਰੰਗ ਚ ਰੰਗਿਆ ਗਿਆ, ਹਰੀ ਦੇ ਰੰਗ ਚ ਰੰਗਿਆ ਗਿਆ, ਉਹਨੂੰ ਸਾਰੇ ਹੀ ਖਜ਼ਾਨੇ ਮਿਲ ਗਏ। ਭਾਵ ਉਹ ਪਰਮੇਸ਼ਰ ਦਾ ਰੂਪ ਹੀ ਹੋ ਗਿਆ, ਜਿਹਨੇ ਨਾਮ ਨੂੰ ਜਪਿਆ, ਜਿਹਨੇ ਨਾਮ ਨੂੰ ਸਿਮਰਿਆ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਹੁਣ ਪਰਮੇਸ਼ਰ ਦੇ ਨਾਮ ਦੇ ਵਿੱਚ ਕੀ ਕੁਛ ਹੈ? ਰਿੱਧੀਆਂ ਸਿੱਧੀਆਂ, ਨੌ ਨਿਧ, ਨੌ ਨਿਧ ਖਜ਼ਾਨਾ, ਨੌਦਾ ਭਗਤੀ ਜਿਹੜੀ ਹੈ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪਰਮੇਸ਼ਰ ਦੇ ਨਾਮ ਦੇ ਵਿੱਚ 9 ਨਿਧੀਆਂ ਹਨ, 18 ਸਿੱਧੀਆਂ, ਇਹ ਸਾਰੀਆਂ ਪਰਮੇਸ਼ਰ ਦੇ ਨਾਮ ਚ ਪ੍ਰਾਪਤ ਹੁੰਦੀਆਂ। ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿਧ, 9 ਨਿਧੀਆਂ 18 ਸਿੱਧੀਆਂ, ਇਹ ਸਾਰੀਆਂ ਜਿਹੜੀਆਂ ਹਨ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਨਾਲ ਗਿਆਨ ਪ੍ਰਾਪਤ ਹੁੰਦਾ ਹੈ, ਧਿਆਨ ਪ੍ਰਾਪਤ ਹੁੰਦਾ ਹੈ। ਤਤ ਬੁੱਧ, ਤਤ ਬੁੱਧ ਭਾਵ ਸ਼ੁੱਧ ਬੁੱਧੀ, ਭਾਵ ਚੰਗੀ ਬੁੱਧੀ, ਤਤ ਗਿਆਨ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਮਨੁੱਖ ਤਤ ਬੇਤਾ ਬ੍ਰਹਮ ਗਿਆਨੀ ਬਣ ਜਾਂਦਾ ਹੈ, ਜਿਹੜਾ ਪਰਮੇਸ਼ਰ ਦਾ ਨਾਮ ਸਿਮਰਦਾ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਗਿਆਨ ਵੀ ਪ੍ਰਾਪਤ ਹੋ ਜਾਂਦਾ, ਸਾਰੇ ਗਿਆਨ ਦੀ ਪ੍ਰਾਪਤੀ ਉਸ ਮਨੁੱਖ ਨੂੰ ਹੋ ਜਾਂਦੀ ਹੈ। ਧਿਆਨ ਜੁੜ ਜਾਂਦਾ ਹੈ ਤੇ ਉਹਦੀ ਬੁੱਧੀ ਜਿਹੜੀ ਹੈ ਉਹ ਵੀ ਸ੍ਰੇਸ਼ਟ ਬੁੱਧੀ ਹੋ ਜਾਂਦੀ ਹੈ। ਫਿਰ ਉਹਨੂੰ ਪਤਾ ਲੱਗ ਜਾਂਦਾ ਕੀ ਚੰਗਾ ਹੈ ਕੀ ਮਾੜਾ ਹੈ। ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭੂ ਦੇ ਸਿਮਰਨ ਦੇ ਵਿੱਚ ਸਾਰੇ ਜਪ ਤਪ ਸਾਰੀਆਂ ਪੂਜਾ ਜਿਹੜੀਆਂ ਹਨ ਉਹ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਆ ਜਾਂਦੀਆਂ। ਕਿਸੇ ਤਰ੍ਹਾਂ ਦਾ ਕੋਈ ਖਾਸ ਜਪ ਨਹੀਂ ਕਰਨਾ ਪੈਂਦਾ, ਕਿਸੇ ਤਰ੍ਹਾਂ ਦਾ ਖਾਸ ਕੋਈ ਤਪ ਨਹੀਂ ਕਰਨਾ ਪੈਂਦਾ, ਕਿਸੇ ਤਰ੍ਹਾਂ ਦੀ ਖਾਸ ਕੋਈ ਪੂਜਾ ਨਹੀਂ ਕਰਨੀ ਪੈਂਦੀ। ਪਰਮੇਸ਼ਰ ਦੇ ਸਿਮਰਨ ਦੇ ਵਿੱਚ ਹੀ ਸਾਰੇ ਜਪ ਤਪ ਪੂਜਾ ਇਹ ਸਾਰਾ ਕੁਛ ਉਸ ਪਰਮੇਸ਼ਰ ਦੇ ਸਿਮਰਨ ਚ ਆ ਜਾਂਦਾ। ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਦੂਜਾ ਦਾ ਭਾਵ ਦਵੈਤ, ਜੋ ਸਾਨੂੰ ਭਰਮ ਲੱਗਾ ਹੋਇਆ ਕਿ ਇਹ ਵੀ ਸੱਚ ਹੈ। ਦੂਜਾ ਭਾਵ ਸ੍ਰਿਸ਼ਟੀ ਸਾਰੀ ਜਿਹਦੇ ਨਾਲ ਸਾਡਾ ਮੋਹ ਲੱਗਾ ਹੈ। ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਸਿਮਰਦਾ ਹੈ ਉਹਦਾ ਦੂਜਾ ਭਾਵ ਮਿਟ ਜਾਂਦਾ ਹੈ, ਉਹਨੂੰ ਪਰਮੇਸ਼ਰ ਹੀ ਹਰ ਜਗ੍ਹਾ ਤੇ ਵਿਆਪਕ ਦਿਖਦਾ ਹੈ। ਦੂਸਰਾ ਭਾਵ ਉਸ ਮਨੁੱਖ ਦਾ ਮਿਟ ਜਾਂਦਾ ਹੈ, ਦੂਸਰੇ ਕਿਸੇ ਨਾਲ ਚਿੱਤ ਨਹੀਂ ਲਾਉਂਦਾ। ਐਸਾ ਪਰਮੇਸ਼ਰ ਦਾ ਨਾਮ ਹੈ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਫਿਰ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਦੇ ਆ ਉਹਦਾ ਫਲ ਵੀ ਸਤਿਗੁਰ ਕਹਿੰਦੇ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਹੈ। ਤੀਰਥਾਂ ਦੇ ਇਸ਼ਨਾਨ ਦੀ ਵੀ ਲੋੜ ਨਹੀਂ, ਪਰਮੇਸ਼ਰ ਦਾ ਨਾਮ ਸਿਮਰੋ ਤੇ ਤੁਹਾਨੂੰ ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਵੀ ਪ੍ਰਾਪਤ ਪਰਮੇਸ਼ਰ ਦੇ ਨਾਮ ਚੋਂ ਹੀ ਹੋਵੇਗਾ, ਪ੍ਰਭੂ ਦੇ ਸਿਮਰਨ ਚੋਂ ਹੀ ਹੋਏਗਾ।
ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਦਰਗਹ ਮਾਨੀ। ਪਰਮੇਸ਼ਰ ਦਾ ਜਿਹੜਾ ਨਾਮ ਹੈ, ਹਰੀ ਦਾ ਜਿਹੜਾ ਸਿਮਰਨ ਹੈ, ਜੀਵ ਦੀ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ ਉਹਦੀ ਇੱਜ਼ਤ ਬਣਾ ਦਿੰਦਾ ਹੈ। ਉਹਦਾ ਮਾਣ ਸਤਿਕਾਰ ਹੁੰਦਾ ਦਰਗਾਹ ਦੇ ਵਿੱਚ। ਜਦੋਂ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ ਕੋਈ, ਫਿਰ ਧਰਮ ਰਾਜਾ ਵੀ ਕਹਿੰਦਾ, ਨਾ ਤੂੰ ਨਾ ਮੈਂ ਨਹਿ ਛੁੱਟੈ, ਨਿਕਟ ਨਾ ਜਾਈਓ ਦੂਤ। ਆ ਦੂਤਾਂ ਨੂੰ ਸਮਝਾ ਦਿੰਦਾ, ਵੇਖਿਓ ਪਰਮੇਸ਼ਰ ਦੇ ਨਾਮ ਸਿਮਰਨ ਵਾਲੇ ਕੋਲ ਨਾ ਜਾਇਓ, ਨਾ ਤੇ ਮੈਂ ਛੁੱਟਣਾ ਹੈ ਤੇ ਨਾ ਹੀ ਤੁਹਾਡਾ ਛੁਟਕਾਰਾ ਹੋਣਾ ਹੈ ਜੀ। ਇਸ ਕਰਕੇ ਪਰਮੇਸ਼ਰ ਦੇ ਨਾਮ ਸਿਮਰਨ ਵਾਲੇ ਮਨੁੱਖ ਦੇ ਕੋਲ ਨਾ ਜਾਇਓ। ਤੇ ਫਿਰ ਜਦੋਂ ਦਰਗਾਹ ਦੇ ਵਿੱਚ ਮਨੁੱਖ ਜਾਂਦਾ ਹੈ, ਫਿਰ ਉਹਨੂੰ ਰੇ ਰੇ ਦਰਗਹਿ ਕਹੈ ਨਾ ਕਹੂ, ਆਓ ਬੈਠ ਆਦਰ ਸਭ ਦੇਵ। ਫਿਰ ਦਰਗਾਹ ਦੇ ਵਿੱਚ ਵੀ ਉਹਦਾ ਮਾਣ ਸਤਿਕਾਰ ਹੁੰਦਾ। ਓਏ ਓਏ ਕੋਈ ਨਹੀਂ ਕਹਿੰਦਾ ਉੱਥੇ ਵੀ। ਉੱਥੇ ਕਹਿੰਦਾ, ਆ ਭਲਿਆ ਤੂੰ ਪਰਮੇਸ਼ਰ ਦਾ ਨਾਮ ਸਿਮਰਿਆ ਸੰਸਾਰ 'ਚ ਰਹਿੰਦਿਆਂ, ਆ ਹੁਣ ਬੈਠ ਇੱਥੇ ਸਾਡੇ ਲਾਗੇ, ਆਪਾਂ ਫਿਰ ਉਹਦੀ ਉਸਤਤ ਕਰੀਏ। ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਦਰਗਾਹ ਦੇ ਵਿੱਚ ਵੀ ਉਸ ਮਨੁੱਖ ਦਾ ਮਾਣ ਸਤਿਕਾਰ ਹੁੰਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਸਿਮਰਦਾ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਪ੍ਰਭੂ ਦੇ ਸਿਮਰਨ ਦੇ ਨਾਲ, ਪਰਮੇਸ਼ਰ ਦੇ ਸਿਮਰਨ ਦੇ ਨਾਲ ਭਲਾ ਭਾਵ ਚੰਗਾ, ਪਰਮੇਸ਼ਰ ਦੇ ਸਿਮਰਨ ਦੇ ਨਾਲ ਮਨੁੱਖ ਜੋ ਹੈ ਉਹ ਭਲਾ ਮਨੁੱਖ ਹੋ ਜਾਂਦਾ ਹੈ। ਜੀਵਨ ਉਹਦਾ ਭਲਾ ਹੋ ਜਾਂਦਾ ਹੈ, ਦੂਸਰਿਆਂ ਦਾ ਭਲਾ ਲੋਚਦਾ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਉਹ ਮਨੁੱਖ ਜਿਹੜਾ ਹੈ, ਜਿਹਦੇ ਕੋਲ ਕੁਛ ਵੀ ਨਹੀਂ ਸੀ, ਜਿਹੜਾ ਚੰਗਾ ਵੀ ਨਹੀਂ ਸੀ, ਉਹਨੂੰ ਭਲਾ ਮਨੁੱਖ ਬਣਾ ਦਿੰਦਾ ਹੈ ਸਿਮਰਨ। ਉਹ ਫਿਰ ਐਸਾ ਭਲਾ ਮਨੁੱਖ ਬਣਦਾ ਹੈ, ਜਿਹਦਾ ਜੀਵਨ ਮਾੜਾ ਹੁੰਦਾ ਹੈ ਉਹ ਵੀ ਭਲਾ ਮਨੁੱਖ ਬਣ ਜਾਂਦਾ ਹੈ। ਐਸਾ ਹੈ ਪਰਮੇਸ਼ਰ ਦਾ ਨਾਮ। ਉਹ ਚੰਗਾ ਹੋ ਜਾਂਦਾ ਹੈ ਮਨੁੱਖ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਹੈ। ਪ੍ਰਭ ਕੈ ਸਿਮਰਨ ਸੁਫਲ ਫਲਾ। ਸੁਫਲ ਫਲਾ ਭਾਵ ਸ੍ਰੇਸ਼ਟ ਗਿਆਨ। ਉਸ ਮਨੁੱਖ ਨੂੰ ਸ੍ਰੇਸ਼ਟ ਗਿਆਨ ਫਲ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਸੁਫਲ ਫਲਾ, ਫਲੀਭੂਤ ਹੋ ਜਾਂਦਾ ਹੈ ਮਨੁੱਖ ਪਰਮੇਸ਼ਰ ਦੇ ਨਾਮ ਦੇ ਨਾਲ, ਪਰਮੇਸ਼ਰ ਦੇ ਗਿਆਨ ਦੇ ਨਾਲ। ਬ੍ਰਹਮ ਗਿਆਨੀ ਉਹ ਮਨੁੱਖ ਹੋ ਜਾਂਦਾ ਜਿਹੜਾ ਨਾਮ ਨੂੰ ਸਿਮਰਦਾ ਹੈ। ਸ੍ਰੇਸ਼ਟ ਗਿਆਨ ਰੂਪੀ ਜਿਹੜਾ ਸੁਫਲ ਹੈ, ਸੁਫਲ ਭਾਵ ਉਹ ਫਲ ਪ੍ਰਾਪਤ ਹੁੰਦਾ ਜਿਹੜਾ ਸ੍ਰੇਸ਼ਟ ਹੈ। ਪਰਮੇਸ਼ਰ ਦੇ ਗਿਆਨ ਦਾ ਫਲ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਫਿਰ ਫਲੀਭੂਤ ਫਲਦਾ ਹੈ ਉਹ ਮਨੁੱਖ। ਫਿਰ ਉਹ ਹਰ ਜਗ੍ਹਾ ਦੇ ਉੱਤੇ ਦੀ ਵਡਿਆਈ ਹੁੰਦੀ ਹੈ, ਹਰ ਕੋਈ ਇਹਨੂੰ ਨਮਸਕਾਰਾਂ ਕਰਦਾ ਹੈ ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਸਿਮਰਦਾ ਹੈ। ਪ੍ਰਭ ਕੈ ਸਿਮਰਨ ਸੁਫਲ ਫਲਾ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਆ, ਸੇ ਸਿਮਰਹਿ ਜਿਨੇ ਆਪ ਸਿਮਰਾਏ। ਮਹਾਰਾਜ ਜੀ ਜਿਹੜਾ ਨਾਮ ਹੈ ਇਹ ਮਨੁੱਖ ਹਰ ਕੋਈ ਸਿਮਰ ਸਕਦਾ ਹੈ। ਸਤਿਗੁਰੂ ਕਹਿੰਦੇ, ਭਾਈ ਸਿੱਖੋ, ਸੇ ਸਿਮਰੈ ਜਿਨੇ ਆਪ ਸਿਮਰਾਏ। ਇਹ ਹਰ ਕੋਈ ਨਹੀਂ ਸਿਮਰ ਸਕਦਾ। ਜਿਹਦੇ ਉੱਤੇ ਵਿਸ਼ੇਸ਼ ਕਿਰਪਾ ਹੁੰਦੀ ਹੈ, ਜਿਹਦੇ ਉੱਤੇ ਦਇਆ ਕਰਦਾ ਨਾ, ਉਹੀ ਨਾਮ ਸਿਮਰ ਸਕਦਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਜਿਨ੍ਹਾਂ ਦੇ ਕੋਲੋਂ ਆਪ ਸਿਮਰਨ ਕਰਵਾਉਂਦਾ ਹੈ। ਨਾਨਕ ਤਾਕੈ ਲਾਗੋਂ ਪਾਏ। ਸਤਿਗੁਰੂ ਕਹਿੰਦੇ ਆ, ਜਿਨ੍ਹਾਂ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ ਪਰਮੇਸ਼ਰ, ਤੇ ਉਹਨਾਂ ਦੇ ਚਰਨੀ ਸਿੱਖੋ ਲੱਗੋ। ਉਹਨਾਂ ਦੇ ਚਰਨੀ ਲੱਗਣ ਦੇ ਨਾਲ ਹੀ ਸਿਮਰਨ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਸੇ ਸਿਮਰੈ ਜਿਨ ਆਪ ਸਿਮਰਾਏ। ਜਿਨ੍ਹਾਂ ਨੂੰ ਆਪ ਸਿਮਰਨ ਦੀ ਦਾਤ ਬਖਸ਼ਿਸ਼ ਕਰਦਾ ਹੈ ਨਾ, ਉਹਨਾਂ ਦੇ ਚਰਨਾਂ 'ਚ ਲੱਗਣਾ ਚਾਹੀਦਾ ਹੈ, ਉਹਨਾਂ ਦੇ ਚਰਨਾਂ ਦੀ ਧੂੜ ਬਣਨਾ ਚਾਹੀਦਾ ਹੈ। ਉਹਨਾਂ ਦੇ ਨਾਲ ਬੈਠ ਕੇ ਪਰਮੇਸ਼ਰ ਨੂੰ ਯਾਦ ਕਰੋ, ਤਾਂ ਕਿ ਸਾਨੂੰ ਵੀ ਜਿਹੜਾ ਹੈ ਨਾਮ ਦੀ ਦਾਤ ਪ੍ਰਾਪਤ ਹੋ ਸਕੇ। ਸੋ ਸਾਧ ਸੰਗਤ, ਅੱਜ ਆਪਾਂ ਇਹ ਜਿਹੜੀਆਂ ਹਨ ਤਿੰਨ ਜਿਹੜੀਆਂ ਪੌੜੀਆਂ ਹਨ ਪਹਿਲੀ ਅਸ਼ਟਪਦੀ ਦੀਆਂ, ਇਹ ਆਪਾਂ ਸੰਪੂਰਨ ਕਰਦੇ ਹਾਂ ਇੱਥੇ। ਇਸ ਤੋਂ ਅੱਗੇ ਜਿਹੜੀ ਵਿਚਾਰ ਹੈ ਉਹ ਆਪਾਂ ਕੱਲ੍ਹ ਨੂੰ ਕਰਾਂਗੇ। ਸੋ ਇਹ ਸਤਿਗੁਰਾਂ ਦੀ ਪਾਵਨ ਬਾਣੀ ਹੈ, ਬੜਾ ਵਿਸ਼ੇਸ਼ ਫਲ ਹੈ ਇਹਨੂੰ ਸੁਣਨ ਦਾ, ਇਹਨੂੰ ਪੜ੍ਹਨ ਦਾ। ਇਹਦੀ ਸੰਥਿਆ ਕਰੀਬ ਹਰ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ। ਬਹੁਤ ਸੁਖੈਣ ਬਾਣੀ ਹੈ, ਬਹੁਤ ਸੁੰਦਰ ਅਰਥ ਹਨ ਇਹਦੇ। ਪਰਮੇਸ਼ਰ ਦੇ ਨਾਲ ਪਿਆਰ ਪੈ ਜਾਂਦਾ ਜਿਹੜਾ ਇਹ ਬਾਣੀ ਪੜ੍ਹਦਾ ਹੈ। ਤੇ ਜਦੋਂ ਰੂਟੀਨ ਬਣ ਜਾਂਦੀ ਹੈ ਨਾ, ਫਿਰ ਮਨੁੱਖ ਕਹਿੰਦਾ ਹੈ ਮੈਂ ਵਾਰ-ਵਾਰ ਇਸ ਬਾਣੀ ਨੂੰ ਪੜ੍ਹੀ ਜਾਵਾਂ। ਇਸ ਕਰਕੇ ਇਹ ਜ਼ਰੂਰ ਸਮੇਂ 'ਚ ਸਮਾਂ ਕੱਢ ਕੇ ਇਸ ਬਾਣੀ ਨੂੰ ਪੜ੍ਹਿਆ ਕਰੋ। ਤੇ ਕਿਉਂਕਿ 24 ਅਸ਼ਟਪਦੀਆਂ ਹੈ, ਤੇ ਕਈ ਵਾਰੀ ਹੁੰਦਾ ਹੈ ਮੰਨ ਕੇ 24 ਦੀਆਂ 24 ਪੜ੍ਹ ਲਈਏ, ਪਰ ਸਮਾਂ ਨਹੀਂ ਜ਼ਿਆਦਾ ਹੁੰਦਾ। ਤੇ ਮੈਂ ਇਹੀ ਕਹਾਂਗਾ ਕਿ ਜੇ ਰੋਜ਼ ਦੀਆਂ ਦੋ ਨਹੀਂ ਤੇ ਇੱਕ ਹੀ ਅਸ਼ਟਪਦੀ ਪੜ੍ਹਦੀ ਜਾਵੇ ਨਾ, 24 ਦਿਨਾਂ ਦੇ ਵਿੱਚ ਭੋਗ ਪੈਂਦਾ। ਰੋਜ਼ ਦੀ ਇੱਕ ਅਸ਼ਟਪਦੀ ਪੜ੍ਹੀ ਜਾਵੇ, 24 ਦਿਨਾਂ ਦੇ ਵਿੱਚ ਭੋਗ ਪੈਂਦਾ। ਇਸ ਕਰਕੇ ਭਾਵੇਂ ਰੋਜ਼ ਦੀ ਇੱਕ ਅਸ਼ਟਪਦੀ ਪੜ੍ਹੋ,
ਪਰ ਪੜ੍ਹੋ ਜ਼ਰੂਰ, ਬੜਾ ਆਨੰਦ ਆਉਂਦਾ ਹੈ ਬਹੁਤ ਇਹਦੇ ਨਾਲ, ਕਿਉਂਕਿ ਬੜੇ ਸੁਖੈਨ ਅਰਥ ਹੁੰਦੇ ਆ। ਤੇ ਪਿਆਰ ਦੇ ਨਾਲ ਪੜ੍ਹੋ, ਭਾਵੇਂ ਇੱਕ ਅਸ਼ਟਪਦੀ ਪੜ੍ਹੋ ਜੇ ਹੋ ਸਕੇ। ਜਿਵੇਂ ਵੀਕਐਂਡ ਹੁੰਦਾ ਹੈ, ਐਤਵਾਰ ਦਾ ਪੱਕਾ ਨਿਤਨੇਮ ਬਣਾ ਲਓ। ਐਤਵਾਰ ਦਾ, ਕਈ ਗੁਰਸਿੱਖਾਂ ਨੇ ਐਤਵਾਰ ਦਾ ਪੱਕਾ ਨਿਤਨੇਮ ਜਿਹੜਾ ਹੈ ਸੁਖਮਨੀ ਸਾਹਿਬ ਦਾ ਬਣਾਇਆ ਹੁੰਦਾ। ਉਹ ਅੰਮ੍ਰਿਤ ਵੇਲੇ ਆਪਣਾ 5 ਬਾਣੀਆਂ ਦਾ ਨਿਤਨੇਮ ਕਰਕੇ, ਫਿਰ ਪ੍ਰਸ਼ਾਦਾ ਪਾਣੀ ਛਕ ਕੇ, ਸਾਰਾ ਕਾਰ ਵਿਹਾਰ ਕਰਕੇ ਛੋਟੇ ਮੋਟੇ, ਫਿਰ ਉਸ ਤੋਂ ਬਾਅਦ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਆ ਐਤਵਾਰ ਦੇ ਦਿਨ। ਇਸ ਕਰਕੇ ਇਹ ਬੜੀ ਸੁੰਦਰ ਬਾਣੀ ਹੈ, ਇਹ ਸਤਿਗੁਰਾਂ ਨੇ ਬੜੀ ਸਾਡੇ ਤੇ ਰਹਿਮਤ ਕੀਤੀ ਹੈ। ਇਸ ਕਰਕੇ ਹੋ ਸਕੇ ਤੇ ਇਸ ਬਾਣੀ ਦਾ ਜਿਹੜਾ ਪਾਠ ਉਹ ਜ਼ਰੂਰ ਕਰਿਆ ਕਰੀਏ। ਸੋ ਆਪ ਜੀ ਨੇ ਜੇ ਕੁਝ ਪੁੱਛਣਾ ਹੈ ਤੇ ਮਾਈਕ ਮੈਂ ਔਨ ਕਰ ਦਿੱਤੇ ਨੇ, ਆਪ ਜੀ ਸਵਾਲ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹਰ ਰੋਜ਼ ਆਪ ਜੀ ਨੇ ਇਸੇ ਤਰ੍ਹਾਂ ਜੁੜਦੇ ਰਹਿਣਾ। ਕਾਫੀ ਲੰਬੀ ਬਾਣੀ ਹੈ, ਇਸੇ ਤਰ੍ਹਾਂ ਹੀ ਆਪਾਂ ਇਹਦੇ ਹੌਲੀ ਹੌਲੀ ਅਰਥ ਪਿਆਰ ਦੇ ਨਾਲ ਕਰਾਂਗੇ, ਤਾਂ ਕਿ ਇਹ ਚੰਗੀ ਤਰ੍ਹਾਂ ਸਾਨੂੰ ਅਰਥ ਸਪਸ਼ਟ ਹੋ ਜਾਣ। ਤੇ ਫਿਰ ਜਦੋਂ ਅਸੀਂ ਗਾਂ ਪੜ੍ਹਾਂਗੇ ਬਾਣੀ, ਫਿਰ ਹੋਰ ਆਨੰਦ ਵਧੇ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।